देखो एफडी ਤਾਂ ਹਰ ਕੋਈ ਕਰਵਾ ਲੈਂਦਾ। ਮੇਰੀਆਂ ਵੀ ਬੈਂਕਸ ਦੇ ਵਿੱਚ ਕੁਝ ਐਫਡੀਜ਼ ਨੇ ਤੇ ਇਸ ਚੀਜ਼ ਦੇ ਚੱਲਦੇ ਹੋਏ ਮੈਂ ਸਰਚ ਕਰਨਾ ਸ਼ੁਰੂ ਕੀਤਾ ਵੀ ਮੈਕਸਿਮਮ ਕਿੰਨੇ ਕੁ ਤੱਕ ਦੀ ਐਫਡੀ ਕਰਵਾਉਣ ਤੇ ਇਨਕਮ ਟੈਕਸ ਦਾ ਨੋਟਿਸ ਆ ਸਕਦਾ ਹੈ ਤੇ ਜਿਹੜੀ ਐਫਡੀ ਹੈ ਇਹਦੇ ਤੇ ਟੈਕਸ ਕਿਵੇਂ ਲੱਗਦਾ ਹੈ ਤੇ ਕਿਵੇਂ ਉਸ ਟੈਕਸ ਨੂੰ ਅਵੋਇਡ ਕੀਤਾ ਜਾ ਸਕਦਾ ਹੈ। ਬਟ ਅਨਫੋਰਚੂਨੇਟਲੀ ਕੋਈ ਢੰਗ ਜਿਹਦਾ ਆਨਸਰ ਨਹੀਂ ਮਿਲਿਆ। ਸੋ ਇਸ ਤੋਂ ਬਾਅਦ ਮੈਂ ਇਨਕਮ ਟੈਕਸ ਦੀ ਵੈਬਸਾਈਟ ਤੇ ਰਿਸਰਚ ਕਰਨਾ ਸ਼ੁਰੂ ਕੀਤਾ ਤੇ ਉੱਥੇ ਕੁਝ ਬੜੀਆਂ ਇੰਟਰਸਟਿੰਗ ਜਿਹੀਆਂ ਗੱਲਾਂ ਪਤਾ ਲੱਗੀਆਂ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਬੇਸਿਕਲੀ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਪਹਿਲਾ ਪੁਆਇੰਟ ਕਿ ਜਿਹੜੀ ਤੁਸੀਂ ਐਫਡੀ ਕਰਵਾਉਂਦੇ ਹੋ ਉਹਦੇ ਤੇ ਜੋ ਇਨਕਮ ਟੈਕਸ ਦੀ ਰਿਪੋਰਟਿੰਗ ਆ ਉਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ। ਦੂਜਾ ਪੁਆਇੰਟ ਹੈ ਕਿ ਜਿਹੜਾ ਐਫਡੀ ਤੇ ਇੰਟਰਸਟ ਰੇਟ ਹੈ ਬੈਂਕ ਉਹਦੇ ਤੇ TDS ਕੱਟਦਾ, ਉਹ TDS ਕਿਸ ਤਰੀਕੇ ਨਾਲ ਕੱਟਿਆ ਜਾਂਦਾ ਹੈ। ਤੇ ਤੀਸਰਾ ਪੁਆਇੰਟ ਹੈ ਵੀ ਜਿਹੜਾ ਇਹ 10% TDS ਕੱਟਿਆ ਜਾਂਦਾ ਹੈ ਇਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ। ਸੋ ਆਲਰਾਈਟ, ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਪੁਆਇੰਟ ਨਾਲ ਕਿ ਜਿਹੜੀ ਤੁਸੀਂ ਐਫਡੀ ਕਰਵਾਉਂਦੇ ਹੋ ਉਹਦੇ ਤੇ ਇਨਕਮ ਟੈਕਸ ਦੀ ਰਿਪੋਰਟਿੰਗ ਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ। ਇਹ ਥੋੜਾ ਜਿਹਾ ਕੰਪਲਿਕੇਟਡ ਹੋਏਗਾ, ਇਸ ਲਈ ਇਹਨੂੰ ਧਿਆਨ ਨਾਲ ਦੇਖਣਾ ਤੇ ਸੁਣਨਾ ਪਏਗਾ। ਹੁਣ ਟੈਕਸ ਪੇਅਰ ਦੁਆਰਾ ਜਿਹੜੀਆਂ ਹਾਈ ਵੈਲਿਊ ਟ੍ਰਾਂਜੈਕਸ਼ਨ ਕੀਤੀਆਂ ਜਾਂਦੀਆਂ ਉਹਨਾਂ ਤੇ ਨਜ਼ਰ ਰੱਖਣ ਲਈ ਇਨਕਮ ਟੈਕਸ ਡਿਪਾਰਟਮੈਂਟ ਨੇ ਕੁਝ ਟਾਈਮ ਪਹਿਲਾਂ ਇੱਕ ਕਨਸੈਪਟ ਬਣਾਇਆ ਸੀ, SFT, ਸਟੇਟਮੈਂਟ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ। ਸੌਖੇ ਸ਼ਬਦਾਂ 'ਚ ਇਹਨੂੰ ਰਿਪੋਰਟੇਬਲ ਅਕਾਊਂਟ ਵੀ ਕਹਿੰਦੇ ਆ। SFT ਦੇ ਅਕੋਰਡਿੰਗ ਜੇਕਰ ਤੁਸੀਂ 1 ਸਾਲ ਦੇ ਵਿੱਚ 10 ਲੱਖ ਤੋਂ ਜ਼ਿਆਦਾ ਦੀ ਐਫਡੀ ਕਰਵਾਉਂਦੇ ਹੋ ਤਾਂ ਬੈਂਕ ਇਹ ਰਿਪੋਰਟ ਇਨਕਮ ਟੈਕਸ ਡਿਪਾਰਟਮੈਂਟ ਨੂੰ ਦੇਣਗੇ। ਇੱਥੇ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਇਨਕਮ ਟੈਕਸ ਦੀ ਵੈਬਸਾਈਟ ਤੋਂ ਮਿਲੀ ਹੈ। ਇੱਥੇ ਟਾਈਮ ਡਿਪੋਜ਼ਿਟਸ ਦਾ ਮਤਲਬ ਹੈ FDs। ਪਰ ਇਹ ਵਾਲਾ ਜਿਹੜਾ ਸਿਸਟਮ ਹੈ ਨਾ ਇਹ 2021 ਤੋਂ ਪਹਿਲਾਂ ਵੈਲਿਡ ਸੀ, ਜਿੱਥੇ ਕਿ ਇੱਕ ਥ੍ਰੈਸ਼ਹੋਲਡ ਲਿਮਿਟ ਤੋਂ ਵੱਧ ਦੇ ਟ੍ਰਾਂਜੈਕਸ਼ਨ ਨੂੰ SFT ਬੋਲ ਕੇ ਰਿਪੋਰਟ ਕਰ ਦਿੱਤਾ ਜਾਂਦਾ ਸੀ। ਪਰ 2021 ਦੇ ਵਿੱਚ ਕੁਝ ਮੇਜਰ ਚੇਂਜਸ ਹੋਏ। ਬੇਸਿਕਲੀ 2021 ਤੋਂ ਬਾਅਦ SFT ਟ੍ਰਾਂਜੈਕਸ਼ਨ ਦਾ ਸਕੋਪ ਵਧਾ ਦਿੱਤਾ ਗਿਆ। ਇਨਕਮ ਟੈਕਸ ਡਿਪਾਰਟਮੈਂਟ ਨੇ 2021 ਦੇ ਵਿੱਚ ਇੱਕ ਨਵਾਂ ਸਿਸਟਮ ਇੰਟਰੋਡਿਊਸ ਕੀਤਾ, AIS, ਐਨੂਅਲ ਇਨਫੋਰਮੇਸ਼ਨ ਸਟੇਟਮੈਂਟ। ਤੇ 2021 ਤੋਂ ਬਾਅਦ ਇਹ SFT AIS ਦਾ ਹੀ ਪਾਰਟ ਬਣ ਗਏ। ਇਹ ਜਿਹੜਾ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ ਹੈ ਇਹਦੇ ਵਿੱਚ ਟੈਕਸ ਪੇਅਰ ਦੀ ਸਾਰੀ ਕੰਪਰੀਹੈਂਸਿਵ ਓਵਰਵਿਊ ਆ ਜਾਂਦਾ ਹੈ। ਮਤਲਬ ਕਿ AIS ਦੇ ਵਿੱਚ ਤੁਹਾਡੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਦੇਖੀ ਜਾ ਸਕਦੀ ਹੈ। ਇੰਟਰਸਟ ਹੋ ਗਿਆ, ਡਿਵੀਡੈਂਡਸ ਹੋ ਗਏ, ਬੈਂਕ ਟ੍ਰਾਂਜੈਕਸ਼ਨ ਹੋ ਗਏ, ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਹੋ ਗਏ, ਮਿਊਚੁਅਲ ਫੰਡ ਟ੍ਰਾਂਜੈਕਸ਼ਨ ਹੋ ਗਏ, SFTs ਹੋ ਗਏ, ਸਾਰੇ ਦਾ ਸਾਰਾ ਕੁਝ। ਹੁਣ ਇਹ ਸਾਰੀਆਂ ਚੀਜ਼ਾਂ ਮੈਂ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ 2021 ਤੋਂ ਬਾਅਦ ਤੁਹਾਡੀ ਹਰ ਇੱਕ ਟ੍ਰਾਂਜੈਕਸ਼ਨ, ਚਾਹੇ ਉਹ ਛੋਟੀ ਤੋਂ ਛੋਟੀ ਟ੍ਰਾਂਜੈਕਸ਼ਨ ਕਿਉਂ ਨਾ ਹੋਵੇ, ਤੁਹਾਡੀ ਹਰ ਇੱਕ ਟ੍ਰਾਂਜੈਕਸ਼ਨ ਦੀ ਇਨਫੋਰਮੇਸ਼ਨ ਟੈਕਸ ਡਿਪਾਰਟਮੈਂਟ ਕੋਲ ਹੁੰਦੀ ਹੈ ਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ AIS ਦੇ ਵਿੱਚ ਦਿਖ ਜਾਂਦੀ ਹੈ। ਤੇ ਇਹ AIS ਤੁਸੀਂ ਇਨਕਮ ਟੈਕਸ ਪੋਰਟਲ ਤੋਂ ਬੜੀ ਈਜ਼ੀਲੀ ਡਾਊਨਲੋਡ ਕਰ ਸਕਦੇ ਹੋ। ਤਾਂ ਹੁਣ ਇਹ FD ਦੀ 10 ਲੱਖ ਵਾਲੀ ਲਿਮਿਟ ਦਾ ਤਾਂ ਕੋਈ ਮਤਲਬ ਨਹੀਂ ਰਿਹਾ। ਬੇਸ਼ੱਕ ਤੁਸੀਂ FD ਅੱਜ ਦੇ ਟਾਈਮ ਤੇ 10,000 ਦੀ ਕਰਵਾਓ, ਉਹਦੀ ਇਨਫੋਰਮੇਸ਼ਨ ਵੀ ਇਨਕਮ ਟੈਕਸ ਡਿਪਾਰਟਮੈਂਟ ਕੋਲੇ ਇਮੀਡੀਏਟਲੀ ਚਲੀ ਜਾਂਦੀ ਹੈ। ਲੋਕ ਹੋਰ ਵੀਡੀਓਜ਼ ਦੇ ਵਿੱਚ ਬੜਾ ਕੁਝ ਕਹਿੰਦੇ ਆ ਪਰ ਸੱਚ ਇਹੀ ਹੈ, ਜਦੋਂ ਤੱਕ ਤੁਹਾਡੀ ਸਾਰੀ ਸੇਵਿੰਗਸ ਤੁਹਾਡੀ ਇਨਕਮ ਮਾਈਨਸ ਤੁਹਾਡੇ ਖਰਚਿਆਂ ਨਾਲ ਮੈਚ ਹੋ ਰਹੀ ਹੈ ਨਾ, ਉਦੋਂ ਤੱਕ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਦੇ ਨੋਟਿਸ ਆਉਣ ਦੇ ਚਾਂਸਸ ਬਹੁਤ ਘੱਟ ਹੈ। ਬਾਕੀ ਜੇਕਰ ਨੋਟਿਸ ਆ ਵੀ ਗਿਆ ਤਾਂ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ, ਤੁਸੀਂ ਆਪਣੀ ਉਸ ਟ੍ਰਾਂਜੈਕਸ਼ਨ ਦਾ ਪ੍ਰੂਫ ਦਿਖਾ ਕੇ ਉਹਨੂੰ ਜਸਟੀਫਾਈ ਕਰ ਸਕਦੇ ਹੋ। ਚਲੋ ਇਹ ਨੋਟਿਸ ਵਾਲੀ ਕਹਾਣੀ ਤਾਂ ਸਮਝ ਆ ਗਈ, ਬਟ ਇਹ TDS ਕੀ ਚੀਜ਼ ਹੈ? TDS ਦੀ ਕਹਾਣੀ ਬੜੀ ਸਿੰਪਲ ਜੀ ਹੈ। ਤੁਸੀਂ ਜਿੰਨੇ ਵੀ ਅਮਾਉਂਟ ਦੀ FD ਕਰਵਾਉਣੇ ਹੋ ਉਹਦੇ ਤੋਂ ਜਿਹੜਾ ਇੰਟਰਸਟ ਆਏਗਾ ਉਹਦੇ ਤੇ 10% TDS ਕੱਟਿਆ ਜਾਂਦਾ ਹੈ। TDS ਦਾ ਮਤਲਬ ਹੈ ਟੈਕਸ ਡਿਡਕਟਡ ਐਟ ਸੋਰਸ, ਮਤਲਬ ਵੀ ਜਿਹੜੇ ਵੀ ਸੋਰਸ ਤੋਂ ਇਨਕਮ ਆ ਰਹੀ ਹੈ ਉਸ ਸੋਰਸ ਤੇ ਵੀ ਟੈਕਸ ਕੱਟਿਆ ਜਾ ਰਿਹਾ ਹੈ। ਜੇਕਰ ਬੈਂਕ ਦੇ ਕੋਲ ਤੁਹਾਡੇ ਪੈਨ ਕਾਰਡ ਦੀ ਇਨਫੋਰਮੇਸ਼ਨ ਨਹੀਂ ਹੈ ਤਾਂ ਇਹ TDS 20% ਕੱਟਿਆ ਜਾਏਗਾ। ਤਾਂ ਮਤਲਬ ਜੇਕਰ ਤੁਸੀਂ 2 ਲੱਖ ਰੁਪਏ ਦੀ FD ਕਰਵਾਉਂਦੇ ਹੋ ਤੇ ਉਹਦੇ 'ਚ 8% ਦੇ ਹਿਸਾਬ ਨਾਲ ਤੁਹਾਨੂੰ ਸਾਲ ਦਾ 16,000 ਰੁਪਏ ਵਿਆਜ ਮਿਲਣ ਵਾਲਾ ਹੈ ਤੇ ਬੈਂਕ ਉਹਦੇ 'ਚੋਂ 10% TDS ਯਾਨੀ ਕਿ 1,600 ਰੁਪਏ TDS ਕੱਟ ਕੇ ਤੁਹਾਨੂੰ 14,400 ਰੁਪਏ ਵਿਆਜ ਦੇਗਾ। ਪਰ ਇੱਕ ਤਰੀਕਾ ਹੈ ਜਿਹਦੇ ਨਾਲ ਇਹ TDS ਅਵੋਇਡ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੀ ਸਾਲ ਦੀ ਇਨਕਮ 2.5 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਹਾਡਾ TDS ਨਹੀਂ ਕੱਟਿਆ ਜਾਣਾ ਚਾਹੀਦਾ। ਇਸ ਕੇਸ ਦੇ ਵਿੱਚ ਤੁਸੀਂ ਬੈਂਕ ਨੂੰ ਫਾਰਮ 15G ਸਬਮਿਟ ਕਰਨਾ ਹੈ। ਸੀਨੀਅਰ ਸਿਟੀਜ਼ਨ ਦੇ ਕੇਸ ਦੇ ਵਿੱਚ ਫਾਰਮ 15H ਸਬਮਿਟ ਕਰਨਾ ਹੁੰਦਾ ਹੈ। ਜਿੱਦਾਂ ਤੁਸੀਂ ਇਹ ਫਾਰਮ ਸਬਮਿਟ ਕਰ ਦਿੰਦੇ ਹੋ ਤੁਹਾਡਾ ਕੋਈ TDS ਨਹੀਂ ਕੱਟਿਆ ਜਾਂਦਾ। ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਫਾਰਮ 15G ਕਿੱਦਾਂ ਦਾ ਦਿਖਦਾ। ਇਹ ਫਾਰਮ ਤੁਹਾਨੂੰ ਬੈਂਕ ਦੀ ਵੈਬਸਾਈਟ ਤੇ ਬ੍ਰਾਂਚ ਜਾ ਕੇ ਜਾਂ ਫਿਰ ਇਨਕਮ ਟੈਕਸ ਦੀ ਵੈਬਸਾਈਟ ਤੇ ਬੜੇ ਆਰਾਮ ਨਾਲ ਮਿਲ ਜਾਏਗਾ। ਜੇਕਰ ਤੁਹਾਡੀ ਸਾਲ ਦੀ ਇਨਕਮ 2.5 ਲੱਖ ਤੋਂ ਵੱਧ ਹੈ ਤੇ ਜਿਹੜੀ ਤੁਹਾਡੀ FD ਆ ਉਹਦੇ ਤੇ ਤੁਹਾਨੂੰ ਸਾਲ ਦਾ 40,000 ਰੁਪਏ ਵਿਆਜ ਆ ਰਿਹਾ ਹੈ ਤਾਂ ਵੀ ਤੁਸੀਂ ਫਾਰਮ 15G ਸਬਮਿਟ ਕਰ ਸਕਦੇ ਹੋ। ਇਸ ਕੇਸ ਦੇ ਵਿੱਚ ਵੀ ਬੈਂਕ ਤੁਹਾਡਾ ਕੋਈ TDS ਨਹੀਂ ਕੱਟੇਗਾ। ਸੀਨੀਅਰ ਸਿਟੀਜ਼ਨ ਦੇ ਕੇਸ ਦੇ ਵਿੱਚ ਇਹ ਲਿਮਿਟ 50,000 ਰੁਪਏ ਸਾਲ ਦੀ। ਪਰ ਬੈਂਕ ਤੁਹਾਡਾ TDS ਨਾ ਕੱਟੇ, ਇਸ ਕਰਕੇ FD ਤੋਂ ਜਿਹੜਾ ਇੰਟਰਸਟ ਮਿਲਿਆ ਉਸ ਇੰਟਰਸਟ ਇਨਕਮ ਤੇ ਤੁਹਾਡਾ ਟੈਕਸ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਨਕਮ ਟੈਕਸ ਦਾ ਇੱਕ ਪ੍ਰੋਵੀਜ਼ਨ ਹੈ ਕਿ ਤੁਹਾਡੇ ਸੇਵਿੰਗ ਅਕਾਊਂਟ ਤੇ 10,000 ਤੱਕ ਦੀ ਇੰਟਰਸਟ ਇਨਕਮ ਟੈਕਸ ਐਗਜ਼ੈਂਪਸ਼ਨ ਹੁੰਦੀ ਹੈ। ਮਤਲਬ ਜੇਕਰ ਤੁਸੀਂ ਆਪਣੇ ਸੇਵਿੰਗ ਅਕਾਊਂਟ ਤੋਂ 1 ਸਾਲ ਦੇ ਵਿੱਚ 10,000 ਤੱਕ ਦਾ ਇੰਟਰਸਟ ਇਨਕਮ ਕਮਾਉਂਦੇ ਹੋ ਤਾਂ ਉਹਦੇ ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਪਰ FD ਦੇ ਕੇਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ। FD ਦੇ ਵਿੱਚ ਬੇਸ਼ੱਕ ਤੁਸੀਂ 1 ਰੁਪਏ ਦਾ ਇੰਟਰਸਟ ਕਮਾਉਂਦੇ ਹੋ, ਉਸ ਇੰਟਰਸਟ ਇਨਕਮ ਨੂੰ ਵੀ ਐਜ਼ ਆ ਇਨਕਮ ਫਰਮ ਅਦਰ ਸੋਰਸਸ ਦੇਖਿਆ ਜਾਂਦਾ ਹੈ ਤੇ ਉਹਦੇ ਤੇ ਤੁਹਾਨੂੰ ਟੈਕਸ ਦੇਣਾ ਹੁੰਦਾ ਹੈ। ਚਲੋ ਹੁਣ ਇਹ ਤਾਂ ਸਮਝ ਆ ਗਿਆ ਕਿ FD ਦਾ ਜਿਹੜੀ ਇੰਟਰਸਟ ਇਨਕਮ ਹੈ ਉਹਦੇ ਤੇ ਟੈਕਸ ਲੱਗੇਗਾ ਤੇ ਕਿਵੇਂ ਲੱਗੇਗਾ। ਪਰ ਇਸ ਟੈਕਸ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ? ਕੀ ਇਹਦਾ ਕੋਈ ਸੋਲੂਸ਼ਨ ਹੈ? ਤਾਂ ਇਸ ਚੀਜ਼ ਦੇ 3 ਸੋਲੂਸ਼ਨ ਹੈ। ਪਹਿਲਾ ਇਹ ਹੈ ਕਿ ਜੇਕਰ ਤੁਸੀਂ 30% ਵਾਲੀ ਬ੍ਰੈਕਟ ਚਾਹੁੰਦੇ ਹੋ ਤੇ ਤੁਸੀਂ ਮੈਰਿਡ ਹੋ ਤਾਂ ਤੁਸੀਂ ਆਪਣੀ ਵਾਈਫ ਜਾਂ ਫਿਰ ਬੱਚਿਆਂ ਦੇ ਨਾਲ ਮਲਟੀਪਲ HUFs ਬਣਵਾ ਸਕਦੇ ਹੋ। ਸਾਰੇ HUFs ਦੇ ਵਿੱਚ ਤੁਸੀਂ 7 ਲੱਖ ਤੱਕ ਦੀ ਇਨਕਮ ਦਿਖਾ ਸਕਦੇ ਹੋ ਬਿਨਾਂ ਕਿਸੇ ਟੈਕਸ ਇੰਪਲੀਕੇਸ਼ਨ ਦੇ। ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ HUFs ਹੁੰਦੇ ਆ ਇਹਨਾਂ ਦੇ ਥੋੜੇ ਬਹੁਤ ਡਿਸਐਡਵਾਂਟੇजेस ਵੀ ਹੁੰਦੇ ਆ। HUFs ਖੁਲਵਾਉਣ ਤੋਂ ਪਹਿਲਾਂ ਉਹਨਾਂ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ। ਇਹਨਾਂ HUFs ਤੇ ਅਸੀਂ ਇੱਕ ਡਿਟੇਲਡ ਵੀਡੀਓ ਵੀ ਬਣਾਈ ਹੈ ਜੋ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਦੂਜਾ ਇਹ ਹੈ ਕਿ ਜਦੋਂ ਤੁਸੀਂ FD ਕਰਵਾਉਂਦੇ ਹੋ ਤਾਂ ਜਿਹੜਾ ਉਹਦਾ ਇੰਟਰਸਟ ਹੈ ਉਹਨੂੰ ਮਲਟੀਪਲ ਈਅਰਸ ਦੇ ਵਿੱਚ ਡਿਵਾਈਡ ਕਰ ਸਕਦੇ ਹੋ। ਫੋਰ ਐਗਜ਼ਾਮਪਲ ਤੁਸੀਂ ਦਸੰਬਰ 2023 ਦੇ ਵਿੱਚ ਆਪਣੀ ਇੱਕ FD ਕਰਵਾਈ 3 ਸਾਲਾਂ ਦੀ। ਹੁਣ ਤੁਸੀਂ ਆਪਣੀ ਸਾਰੀ ਇੰਟਰਸਟ ਇਨਕਮ 2023 ਦੇ ਵਿੱਚ ਦਿਖਾਉਣ ਦੀ ਬਜਾਏ ਉਹਨੂੰ 3 ਸਾਲਾਂ ਦੇ ਵਿੱਚ ਡਿਵਾਈਡ ਕਰ ਸਕਦੇ ਹੋ। ਇਹਦੇ ਨਾਲ ਤੁਹਾਡੀ ਟੈਕਸ ਲਾਇਬਿਲਿਟੀ 3 ਸਾਲਾਂ ਦੇ ਵਿੱਚ ਡਿਵਾਈਡ ਹੋ ਜਾਏਗੀ। ਐਗਜ਼ੈਕਟਲੀ ਇਹਦੇ ਨਾਲ ਤੁਹਾਡਾ ਟੈਕਸ ਤਾਂ ਨਹੀਂ ਘੱਟ ਹੋਏਗਾ ਪਰ ਤੁਹਾਡੇ ਤੇ 1 ਹੀ ਸਾਲ ਦੇ ਵਿੱਚ ਨਾ ਪੂਰਾ ਲੋਡ ਨਹੀਂ ਆਏਗਾ। ਤੀਸਰਾ ਪੁਆਇੰਟ ਇਹ ਹੈ ਕਿ ਤੁਸੀਂ ਆਪਣੀ ਵਾਈਫ ਜਾਂ ਫਿਰ
ਆਪਣੇ ਪੇਰੈਂਟਸ ਦੇ ਨਾਮ ਤੇ ਐਫਡੀ ਕਰਵਾ ਸਕਦੇ ਹੋ ਜਿਨ੍ਹਾਂ ਦੀ ਇਨਕਮ 7 ਲੱਖ ਤੋਂ ਘੱਟ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਇੱਥੇ ਕਲੱਬਿੰਗ ਆਫ ਇਨਕਮ ਅਪਲਾਈ ਨਹੀਂ ਹੋਏਗਾ, ਸੋ ਥੋੜਾ ਸਮਾਰਟਲੀ ਮੈਨੇਜ ਕਰਨਾ ਪਏਗਾ। ਤੁਸੀਂ ਲੋਨ ਕਰਕੇ ਦਿਖਾ ਸਕਦੇ ਹੋ ਜਾਂ ਫਿਰ ਹੋਰ ਵੀ ਕਾਫੀ ਤਰੀਕੇ ਆ। ਸੋ ਇਹ ਸੀ ਐਫਡੀ ਤੇ ਟੀਡੀਐਸ ਤੇ ਟੈਕਸ ਦੀ ਪੂਰੀ ਇਨਫੋਰਮੇਸ਼ਨ। ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਤੇ ਕੋਈ ਪੁਆਇੰਟ ਮਿਸ ਤਾਂ ਨਹੀਂ ਹੋ ਗਿਆ। ਜੇਕਰ ਕੋਈ ਪੁਆਇੰਟ ਮਿਸ ਨਹੀਂ ਹੋਇਆ ਤਾਂ ਫਿਰ ਵੀਡੀਓ ਨੂੰ ਲਾਈਕ ਤਾਂ ਜਰੂਰ ਕਰ ਦਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕਿਫਾਇਤੀ।